ਸਾਂਝਾ स्पैशल देख रहे दर्शकों का स्वागत है। ਅੱਜ ਤੋਂ ਕਰੀਬ 2 ਦਹਾਕੇ ਪਹਿਲਾਂ ਹੋਈ ਕਾਰਗਿਲ ਜੰਗ ਦੇ ਵਿੱਚ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਫੌਜ ਨੂੰ ਦਿੱਤਾ ਸੀ ਮੂੰਹ ਤੋੜ ਜਵਾਬ ਤੇ ਇਸ ਜੰਗ ਦੇ ਵਿੱਚ ਭਾਰਤ ਦੀ ਮਿਸਾਲ ਪੇਸ਼ ਜਿੱਤ ਹੋਈ ਸੀ ਤੇ ਉਸੇ ਦਿਨ ਦੀ ਯਾਦ ਦੇ ਵਿੱਚ ਭਾਰਤ ਹਰ ਸਾਲ ਇਸੇ ਦਿਨ ਵਿਜੇ ਦਿਵਸ ਮਨਾਉਂਦਾ ਹੈ ਤੇ ਨਾਲ ਹੀ ਕਾਰਗਿਲ ਜੰਗ 'ਚ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਅੱਜ ਤੁਹਾਨੂੰ ਦਿਖਾਉਂਦੇ ਹਾਂ ਕਾਰਗਿਲ ਜੰਗ ਦੀ ਸ਼ੁਰੂ ਤੋਂ अंत तक दी पूरी कहानी। तक इस शरीर में जान है, पीछे मत हटना। कोई ये न कहे पवन सिंह दुश्मन पर शेर की भांति टूट नहीं पड़ा। टाइगर हिल तो क्या, अगर हिमालय की इस चोटी पर भी चढ़ना पड़े जो दुनिया की सबसे बड़ी चोटी है तो पीछे नहीं हटना। देश की खातर अपना सब कुछ दांव पर लगा देना। जय हिंद, जय भारत। भारत माता की जय, भारत माता की जय। नंबर 1 and 2 copy on your lord 2010 दुश्मन का पास्ट है। इधर गिर रहे हैं, पीछे गिर रहे हैं, ऊपर गिर रहे हैं। आपको डर तो नहीं लग रहा है? डर My company's success की नलवाजी दिल मांगे मोर। कारगिल ਦਾ मैदान फतेह ਕਰਨ ਦੀ ਸੁਰਮਗਤੀ ਦੀ ਕਹਾਣੀ ਨੂੰ 20 ਸਾਲ ਬੀਤ ਗਏ ਨੇ। ਫੌਜ ਦੇ ਜਵਾਨ ਮੋਰਚੇ ਤੇ ਬਹਾਦਰੀ ਨਾਲ ਤਾਇਨਾਤ ਸੀ ਤੇ ਦੇਸ਼ ਦੀ ਆਨ ਬਾਨ ਸ਼ਾਨ ਲਈ ਆਪਣੀ ਜਾਨ ਤੱਕ ਦੀ ਪਰਵਾਹ ਨਾ ਕੀਤੀ। 20 साल पहला हुई कारगिल जंग की तरतीबवार कहानी कुछ इस तरह कि आखिर किंज शुरू हुई जंग ते की निकला नतीजा। सामने युद्ध जैसी परिस्थिति उत्पन्न हो गई है। कारगिल में उसके आसपास के क्षेत्र में बड़ी तादाद में पाकिस्तान से सशस्त्र घुसपैठिए आए हैं। पाकिस्तान वालों की जा रही यही घुसपैठ अगे चल के हिंदुस्तान पाकिस्तान विचाले चौथी जंग बनी। इथों ही हुंदा है कारगिल जंग का आगाज। ਅੱਜ ਤੋਂ ਠੀਕ 20 ਸਾਲ ਪਹਿਲਾਂ ਮਈ 1999 ਤੋਂ ਜੁਲਾਈ 1999 ਦਰਮਿਆਨ ਕਾਰਗਿਲ ਜੰਗ ਲੜੀ ਗਈ। ਪਾਕਿਸਤਾਨ ਫੌਜ ਵੱਲੋਂ ਕਾਰਗਿਲ 'ਚ ਘੁਸਪੈਠ ਕੀਤੀ ਗਈ। ਸ਼ੁਰੂਆਤ 'ਚ ਭਾਰਤੀ ਫੌਜ ਇਸ ਗੱਲੋਂ ਅਣਜਾਣ ਸੀ। ਪਾਕਿਸਤਾਨ ਨੇ ਭਾਰਤ ਦੇ ਕਰੀਬ 130 ਵਰਗ ਕਿਲੋਮੀਟਰ ਏਰੀਏ ਤੇ ਆਪਣਾ ਕਬਜ਼ਾ ਜਮਾ ਲਿਆ ਸੀ। पाकिस्तानी फौज ने भारत दियां उन्हां चौकियां ते कब्जा कीता सी जिन्हां नूं भारती फौज सर्दियां 'च खाली कर दिंदी सी। पाकिस्तान दे 4 वड्डे अधिकारी जिन्हां ने इस योजना नूं अमली जामा पहनाया सी। तत्काली पाकिस्तान फौज मुखी परवेज मुशर्रफ, लैफ्टिनेंट जनरल मोहम्मद अजीज, लैफ्टिनेंट जनरल महमूद, ब्रिगेडियर जावेद हुसैन। ਹੁਣ ਗੱਲ ਕਰਦੇ ਹਾਂ ਕਿ ਆਖਿਰ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀ ਕਿਉਂ। लद्दाख जम्मू कश्मीर ਦਾ ਸਭ ਤੋਂ ਸ਼ਾਂਤ ਇਲਾਕਾ ਹੈ। ਪਾਕਿਸਤਾਨ ਦੇ ਆਪਰੇਸ਼ਨ ਦਾ ਮੰਤਵ लद्दाख ਤੇ ਕਬਜ਼ਾ ਕਰਨਾ ਸੀ। ਇਸ ਮੁਕਾਮ ਤੱਕ ਪਹੁੰਚਣ ਲਈ ਪਾਕਿਸਤਾਨ ਨੇ 3 ਗੇੜ ਬਣਾਏ ਸਨ। ਪਹਿਲੇ ਗੇੜ 'ਚ द्रास कारगिल ते बटालिक ਦੀਆਂ ਪਹਾੜੀਆਂ ਤੇ
ਕਬਜ਼ਾ ਕਰਕੇ ਲੱਦਾਖ ਨੂੰ ਬਾਕੀ ਦੇ ਜੰਮੂ ਕਸ਼ਮੀਰ ਤੋਂ ਕੱਟਣ ਦੀ ਯੋਜਨਾ ਸੀ। ਸਾਜ਼ਿਸ਼ ਰਚਣ ਵਾਲੇ ਪਾਕਿਸਤਾਨੀ ਸੋਚ ਰਹੇ ਸਨ ਕਿ ਭਾਰਤ ਜੇਕਰ ਜੰਗ ਨੂੰ ਵਧਾਏਗਾ ਤਾਂ ਕਸ਼ਮੀਰ ਵਿਵਾਦ ਅੰਤਰਰਾਸ਼ਟਰੀ ਪੱਧਰ ਤੇ ਚੁੱਕਿਆ ਜਾਵੇਗਾ। ਨਾਲ ਹੀ ਪਰਮਾਣੂ ਯੁੱਧ ਦੇ ਖਦਸ਼ੇ ਤੋਂ ਘਬਰਾ ਕੇ ਅਮਰੀਕਾ ਤੇ ਦੂਜੇ ਦੇਸ਼ ਸੀਜ਼ ਫਾਇਰ ਕਰਵਾ ਦੇਣਗੇ। ਇਸੇ ਮੰਤਵ ਨਾਲ ਪਾਕਿਸਤਾਨ ਨੇ ਕੰਟਰੋਲ ਰੇਖਾ ਨੂੰ ਵਿਵਾਦਮਈ ਦੱਸਣਾ ਸ਼ੁਰੂ ਕੀਤਾ। Demarcated in the maps is not delineated on the ground, at least in the hilly areas where the poles are 20-30 kilometers apart. So there is always some confusion about the actual line of control. ਆਪਰੇਸ਼ਨ ਦਾ ਦੂਜਾ ਮੁਕਾਮ ਸੀ ਸਿਆਚਿਨ ਤੇ ਭਾਰਤ ਦੀ ਪਕੜ ਕਮਜ਼ੋਰ ਕਰਨਾ। ਇਸੇ ਲਈ ਪਾਕਿਸਤਾਨ ਆਪਣੀ ਫੌਜ ਨੂੰ ਸਿੰਧੂ ਨਦੀ ਦੇ ਉੱਤਰ ਪੂਰਬ 'ਚ ਸ਼ੋਰਬਟਲਾ ਦਰਾ ਹੋ ਕੇ ਭੇਜਣ ਦੀ ਸੋਚ ਰਿਹਾ ਸੀ, ਜਿਸ ਨਾਲ ਤੁਰਤੁਕ ਤੋਂ ਖਾਲਸਰ ਤੱਕ ਫੌਜ ਦਾ ਦਬਾਅ ਵਧਾਇਆ ਜਾਂਦਾ। ਤੀਜੇ ਤੇ ਅੰਤਿਮ ਗੇੜ 'ਚ ਪਾਕਿਸਤਾਨ ਲੱਦਾਖ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ। ਆਪਣੇ ਇਹਨਾਂ ਮਨਸੂਬਿਆਂ ਜ਼ਰੀਏ ਹੀ ਪਾਕਿਸਤਾਨ ਵੱਲੋਂ ਭਾਰਤੀ ਹੱਥ ਅੰਦਰ ਘੁਸਪੈਠ ਕੀਤੀ ਗਈ ਸੀ। ਆਪਣੀ ਖੁਫੀਆ ਰਣਨੀਤੀ ਤਹਿਤ ਪਾਕਿਸਤਾਨ ਨੇ ਕਾਰਗਿਲ ਦੀਆਂ ਉੱਚੀਆਂ ਚੋਟੀਆਂ ਤੇ ਆਪਣਾ ਮੋਰਚਾ ਸਾਂਭ ਲਿਆ ਸੀ ਤੇ ਉਧਰ ਪਾਕਿਸਤਾਨ ਦੇ ਜਿਹੜੇ ਅਧਿਕਾਰੀਆਂ ਨੇ ਇਹ ਸਾਜ਼ਿਸ਼ ਰਚੀ ਸੀ, ਉਹਨਾਂ ਦੇ ਸੁਪਨੇ ਕਾਫੀ ਵੱਡੇ ਸਨ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਟਾਰਗੇਟ ਅਸੀਂ ਸੌਖੇ ਹੀ ਅਚੀਵ ਕਰ ਲਾਂਗੇ, ਪਰ ਸ਼ਾਇਦ ਉਹ ਭੁੱਲ ਗਏ ਸੀ ਕਿ ਉਹਨਾਂ ਦਾ ਸਾਹਮਣਾ ਹਿੰਦੁਸਤਾਨ ਦੇ ਨਾਲ ਹੋ ਰਿਹਾ ਹੈ। ਕਾਰਗਿਲ 'ਚ ਹਮਲੇ ਦੀ ਪਲਾਨਿੰਗ ਕਰਨ ਵਾਲੇ ਪਾਕਿਸਤਾਨੀ ਅਧਿਕਾਰੀਆਂ ਦੇ ਸੁਪਨੇ ਕਾਫੀ ਵੱਡੇ ਸਨ। ਕਾਰਗਿਲ ਲੜਾਈ ਦੌਰਾਨ ਪਾਕਿਸਤਾਨ 에ਅਰ ਫੋਰਸ ਦੇ ਡਾਇਰੈਕਟਰ ਆਫ ਆਪਰੇਸ਼ਨ ਰਹੇ ਕਾਇਸਰ ਤੋਫੈਲ ਨੇ ਆਪਣੀ ਕਿਤਾਬ 'ਚ 16 ਮਈ ਦੀ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਸੀ। ਇਸੇ ਮੀਟਿੰਗ 'ਚ ਪਹਿਲੀ ਵਾਰ ਜਨਰਲ ਮੁਸ਼ਰਫ ਦੇ ਰਾਜਦਾਰ ਲੈਫਟੀਨੈਂਟ ਜਨਰਲ ਮਹਿਮੂਦ ਅਹਿਮਦ ਨੇ ਫੌਜ ਦੇ ਦੂਜੇ ਅਧਿਕਾਰੀਆਂ ਨੂੰ ਪਲਾਨਿੰਗ ਦੱਸੀ ਸੀ। ਮਹਿਮੂਦ ਨੇ ਕਿਹਾ ਸੀ, ਅਕਤੂਬਰ ਮਹੀਨਾ ਆਉਣ ਦਿਓ, ਅਸੀਂ ਸਿਆਚਿਨ 'ਚ ਠੰਡ ਤੇ ਭੁੱਖ ਨਾਲ ਮਰਨ ਵਾਲੇ ਸੈਂਕੜੇ ਭਾਰਤੀਆਂ ਦੀਆਂ ਲਾਸ਼ਾਂ ਇਕੱਠੀਆਂ ਕਰ ਰਹੇ ਹੋਵਾਂਗੇ। Musharraf, for instance, was a brigade commander in Siachen on the Pakistani side, and he had tried to several attacks to take back those peaks, and he was never successful. So perhaps it played on his mind, and he then got an opportunity as chief to try and repay India for Siachen. ਕਾਗਜ਼ਾਂ ਤੇ ਆਪਰੇਸ਼ਨ ਬਦਰ ਦੀ ਪਲਾਨਿੰਗ ਬੜੀ ਜ਼ਬਰਦਸਤ ਲੱਗ ਰਹੀ ਸੀ, ਪਰ ਪਾਕਿਸਤਾਨ ਦੇ ਸਾਜ਼ਿਸ਼ਕਰਤਾ ਭਾਰਤ ਦੇ ਜਵਾਬ ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਨੂੰ ਪਰਖਣ 'ਚ ਭੁਲੇਖਾ ਖਾ ਬੈਠੇ। ਪਹਿਲੇ ਗੇੜ 'ਚ ਹੀ ਪਾਕਿਸਤਾਨ ਦੀ ਪਲਾਨਿੰਗ ਦੀਆਂ ਧੱਜੀਆਂ ਉੱਡ ਗਈਆਂ। शांति और शक्ति एक ही सिक्के के दो पहलू हैं। शांति में राष्ट्र की शक्ति तैयार होती है, आर्थिक सामाजिक परिवर्तन की प्रक्रिया तेज होती है, शांति में जीवन की रक्षा होती है, विकास होता है। लेकिन जब शांति खतरे में पड़ जाए दूसरों के व्यवहार के कारण, तो फिर शक्ति से काम लेना पड़ता है। ਕਾਰਗਿਲ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਚੌਥੀ ਜੰਗ ਹੋਣ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ 19 ਮਈ ਤੱਕ ਭਾਰਤੀ ਫੌਜ ਨੂੰ ਵੀ ਨਹੀਂ ਸੀ। ਇਹੀ ਵਜ੍ਹਾ ਹੈ ਕਿ ਰੱਖਿਆ ਮੰਤਰੀ ਜਾਰਜ ਫਰਨਾਂਡਸ ਇਸ ਗੱਲ ਦਾ ਦਾਅਵਾ ਕਰਨ ਲੱਗੇ ਕਿ 2 ਦਿਨ ਦੇ ਅੰਦਰ ਹੀ ਪੂਰੇ ਇਲਾਕੇ ਨੂੰ ਖਾਲੀ ਕਰਾ ਲਿਆ ਜਾਵੇਗਾ। ਪਰ ਇਹ ਘੁਸਪੈਠੀਏ ਕੌਣ ਸਨ, ਇਸ ਬਾਰੇ ਭਾਰਤੀ ਫੌਜ ਨੂੰ ਮਈ ਦੇ ਆਖਰੀ ਹਫ਼ਤੇ ਪਤਾ ਲੱਗਾ। ਉਸ ਵੇਲੇ ਭਾਰਤੀ ਫੌਜ ਨੇ ਐਲਾਨ ਕੀਤਾ ਕਿ ਇਹ ਕੋਈ ਹੋਰ ਨਹੀਂ, ਪਾਕਿस्तान फौज दे जवान सन। क्योंकि हम इस बात को पहले से पता नहीं चल पाए, इसलिए एक बार जब पाकिस्तानी एक मुश्किल जगह पे आके बैठ गए तो जरूरी बात है कि उसको हटाना उतना ही मुश्किल है। हालात बिगड़ रहे सन। उधर पाकिस्तान कहता रहा घुसपैठिए कश्मीरी अतवादी ने, पाकिस्तान दा उन्हां नाल कोई लेन देन नहीं है। कारगिल पर मुजाहिदीन के कब्जे का बुनियादी मकसद आलमी रायआमा को मसला कश्मीर की तरफ मुतवज्जे करना था, जो कि एक मुद्दत से बेइतनाई का मुजाहरा कर रही थी। इस मकसद में वो पूरी तरह कामयाब हुए और उन्होंने हमारे इस मौक़िफ़ को भी
अमली तौर पर साबित कर दिया कि मसला कश्मीर न्यूक्लियर फ्लैश पॉइंट है। आखिरकार 24 मई ਨੂੰ ਯਾਨੀ ਘੁਸਪੈਠ ਬਾਰੇ ਪਤਾ ਲੱਗਣ ਤੋਂ 21 ਦਿਨ ਬਾਅਦ CCS ਕੈਬਨਿਟ ਕਮੇਟੀ ਆਫ ਸਿਕਿਉਰਿਟੀ ਦੀ ਪਹਿਲੀ ਬੈਠਕ ਹੋਈ। ਇਸ ਬੈਠਕ 'ਚ ਬਹੁਤ ਵੱਡਾ ਫੈਸਲਾ ਲਿਆ ਗਿਆ। ਸਰ ਕਾਰਗਿਲ ਸੈਕਟਰ ਦੇ ਬਟਾਲਿਕ ਕਕਸਰ ਦਰਾਸ ਤੇ ਮਸ਼ਕੋ 'ਚ ਪਾਕਿਸਤਾਨੀ ਸੈਨਾ ਨੇ ਘੁਸਪੈਠ ਕੀਤੀ ਹੈ। ਪਾਕਿਸਤਾਨੀ ਸੈਨਾ ਇਨ੍ਹਾਂ ਇਲਾਕਿਆਂ 'ਚ ਪਰਮਾਨੈਂਟ ਕਬਜ਼ੇ ਦੇ ਇਰਾਦੇ ਨਾਲ ਪਹੁੰਚੀ ਹੈ। ਜਿਵੇਂ ਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਬਜ਼ਾ ਅੱਤਵਾਦੀਆਂ ਨੇ ਕੀਤਾ ਹੈ, ਅਜਿਹਾ ਬਿਲਕੁਲ ਨਹੀਂ। ਇਹ ਕੰਮ ਪਾਕਿਸਤਾਨੀ ਫੌਜ ਦਾ ਹੈ। ਉਹਨਾਂ ਦਾ ਮਕਸਦ ਇੰਡਸ ਨਦੀ ਦੇ ਨਾਲ ਵਾਲੇ ਸ਼੍ਰੀਨਗਰ ਲੇਹ ਕਾਰਗਿਲ ਹਾਈਵੇ ਤੇ ਕਬਜ਼ਾ ਜਮਾਉਣਾ ਹੈ। ਦੁਸ਼ਮਣ ਸਟ੍ਰੈਟੇਜਿਕ ਪੋਜੀਸ਼ਨ ਤੇ ਕਾਬਜ ਹੈ ਤੇ ਮਸ਼ੀਨ ਗਨ 에ਅਰ ਡਿਫੈਂਸ ਵੈਪਨ ਤੇ ਭਾਰੀ ਹਥਿਆਰਾਂ ਨਾਲ ਲੈਸ ਹੈ। ਸਰ ਇੱਕ ਘੁਸਪੈਠ ਹਟਾਈ ਨਾ ਗਈ ਤਾਂ 1972 ਵਾਲੀ LOC ਬਦਲ ਜਾਏਗੀ। ਜੇਕਰ ਅਜਿਹਾ ਹੋਇਆ ਤਾਂ ਅਸੀਂ ਸ਼੍ਰੀਨਗਰ ਲੇਹ ਹਾਈਵੇ ਤੇ ਮੂਵਮੈਂਟ ਨਹੀਂ ਕਰ ਪਾਵਾਂਗੇ। ਸਰ ਮੈਂ ਚਾਹਣਾ ਕਿ ਕਾਰਗਿਲ 'ਚ ਸਾਨੂੰ ਸਾਡੀ 에ਅਰ ਫੋਰਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਨਾਲ ਹੀ ਨੇਵੀ ਨੂੰ ਵੀ ਅਲਰਟ ਕਰ ਦੇਣਾ ਚਾਹੀਦਾ ਹੈ। ਹੁਣ ਸਵਾਲ ਇਹ ਸੀ ਕਿ ਭਾਰਤ ਪਾਕਿਸਤਾਨ ਤੋਂ ਕਾਰਗਿਲ ਵਾਪਸ ਲੈਣ ਲਈ ਕਿਸੇ ਹੋਰ ਥਾਂ ਲਾਈਨ ਆਫ ਕੰਟਰੋਲ ਜਾਂ ਸੀਮਾ ਰੇਖਾ ਪਾਰ ਕਰੇਗਾ। ਇਸ ਤਰ੍ਹਾਂ ਦੇ ਫੈਸਲੇ ਦਾ ਮਤਲਬ ਸੀ ਦੋ ਐਟਮੀ ਦੇਸ਼ਾਂ ਦਰਮਿਆਨ ਖੁੱਲੀ ਜੰਗ। ਜਦੋਂ ਵਾਜਪਾਈ ਸਰਕਾਰ ਨੇ ਪਾਕਿਸਤਾਨ ਫੌਜ ਨੂੰ ਕਾਰਗਿਲ ਚੋਂ ਕੱਢਣ ਦਾ ਫੈਸਲਾ ਲਿਆ, ਉਸ ਵੇਲੇ ਉਹ ਬਹੁਮਤ ਗਵਾ ਚੁੱਕੀ ਸੀ। ਦੇਸ਼ 'ਚ ਚੋਣਾਂ ਦਾ ਮਾਹੌਲ ਸੀ, ਪਰ ਸਰਕਾਰ ਵੱਡੇ ਫੈਸਲੇ ਲੈਣ ਲਈ ਮਜਬੂਰ ਸੀ। ਸਰਕਾਰ ਨੇ ਹਵਾਈ ਤਾਕਤ ਦੇ ਇਸਤੇਮਾਲ ਦਾ ਵੀ ਫੈਸਲਾ ਕੀਤਾ ਸੀ। ਇਹ ਬਹੁਤ ਵੱਡਾ ਫੈਸਲਾ ਸੀ, ਪਰ ਹਵਾਈ ਫੌਜ ਨੂੰ ਕਿਸੇ ਵੀ ਹਾਲ 'ਚ LOC ਪਾਰ ਕਰਨ ਦੀ ਇਜਾਜ਼ਤ ਨਹੀਂ ਸੀ। 1971 ਤੋਂ ਬਾਅਦ ਪਹਿਲੀ ਵਾਰ ਹਵਾਈ ਸੈਨਾ ਦੇ ਜੰਗੀ ਜਹਾਜ਼ ਯੁੱਧ 'ਚ ਸ਼ਾਮਲ ਹੋ ਰਹੇ ਸਨ। ਇਸ ਨੂੰ ਆਪਰੇਸ਼ਨ ਸਫੇਦ ਸਾਗਰ ਦਾ ਨਾਮ ਦਿੱਤਾ ਗਿਆ। MiG-29 ਹਵਾ 'ਚ ਦੂਜੇ ਜਹਾਜ਼ਾਂ ਨੂੰ ਸੁਰੱਖਿਆ ਦਿੰਦਾ ਸੀ। ਇਸ ਨੇ ਪਾਕਿਸਤਾਨੀ F-16 ਜਹਾਜ਼ ਨੂੰ ਭਾਰਤੀ ਸੀਮਾ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ, ਜਦਕਿ MiG-27, MiG-21 ਤੇ ਮਿਰਾਜ 2000 ਜਹਾਜ਼ ਜ਼ਮੀਨੀ ਨਿਸ਼ਾਨਾ ਲੱਭਦੇ ਸਨ। ਭਾਰਤੀ ਹਵਾਈ ਖੇਤਰ 'ਚ ਰਹਿ ਕੇ ਜਹਾਜ਼ਾਂ ਨੇ ਉਹ ਕੰਮ ਕੀਤਾ ਜੋ ਦੁਨੀਆ ਦੀ ਕਿਸੇ ਵੀ ਹਵਾਈ ਫੌਜ ਨੇ ਨਹੀਂ ਕੀਤਾ ਸੀ। 13,000 ਫੁੱਟ ਤੋਂ 18,000 ਫੁੱਟ ਦੀ ਉਚਾਈ ਤੇ ਲੁਕੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਪਹਿਲੀ ਵਾਰ ਲੇਜ਼ਰ ਗਾਈਡਡ ਬੰਬ ਦਾ ਇਸਤੇਮਾਲ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਨੇ ਜਲਦ ਹੀ ਦੁਨੀਆ ਸਾਹਮਣੇ ਪਾਕਿਸਤਾਨੀ ਫੌਜ ਦੀ ਮੌਜੂਦਗੀ ਦੇ ਪੁਖਤਾ ਸਬੂਤ ਦੇ ਦਿੱਤੇ। Direct involvement of the Pakistani army in these intrusions have been proved beyond doubt. With the recovery of an official Pak army document, an identity card of a Pak soldier from the 4 Northern Light Infantry. ਭਾਰਤੀ ਫੌਜ ਲਈ ਜ਼ਮੀਨੀ ਹਾਲਾਤ ਉਦੋਂ ਹੋਰ ਬਦਲੇ ਜਦੋਂ ਟੋਲੋ ਲਿੰਕ ਤੇ ਕਬਜ਼ਾ ਹੋਇਆ। 12-13 को 2 राजरिफ ने आर्टिलरी की सपोर्ट के साथ ये ऑपरेशन लॉन्च किया और सुबह 13 तारीख को उन्होंने टोलो लिंक के ऊपर कब्जा कर लिया। ये सबसे बड़ा सक्सेस था हमारे लिए, क्योंकि आपको पता होगा कि कोई 2-3 हफ्ते तक कोई हमको सक्सेस नहीं मिल रहा था और टोलो लिंक एक ऐसा फीचर था जो रोड के ऊपर बड़ी अच्छी तरह डोमिनेशन कर रहा था। ਪਾਕਿਸਤਾਨ ਨੂੰ ਘੇਰਨ ਲਈ ਭਾਰਤ ਨੇ ਕਈ ਮੋਰਚਿਆਂ ਤੇ ਜੰਗ ਛੇੜ ਦਿੱਤੀ ਸੀ। ਰਾਜਨਾਇਕ ਇੱਕ ਪਾਸੇ ਕੰਮ ਤੇ ਲੱਗੇ ਸਨ, ਦੂਜੇ ਪਾਸੇ ਰੋਜ਼ ਦਿੱਲੀ 'ਚ ਹਵਾਈ ਫੌਜ, ਥਲ ਸੈਨਾ ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਪ੍ਰੈਸ ਬਰੀਫਿੰਗ ਕਰਦੇ ਸਨ। ਇਹ ਪਹਿਲੀ ਲੜਾਈ ਸੀ ਜਿਸ 'ਚ ਜੰਗ ਦੇ ਮੈਦਾਨ ਤੋਂ ਸ਼ਹੀਦਾਂ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਪਹੁੰਚਾਈ ਜਾਂਦੀ ਸੀ। ਸ਼ਹੀਦਾਂ ਦੀਆਂ ਲਾਸ਼ਾਂ ਨੂੰ ਪਿੰਡ ਤੱਕ ਪਹੁੰਚਾਉਣ ਦਾ ਫੈਸਲਾ ਕਾਫੀ ਵੱਡਾ ਸਾਬਤ ਹੋਇਆ। ਇਸ ਨਾਲ ਕਾਰਗਿਲ ਦੀ ਲੜਾਈ ਸਿਰਫ ਕਾਰਗਿਲ ਤੱਕ ਨਾ ਰਹੀ, ਬਲਕਿ ਪੂਰੇ ਦੇਸ਼ ਨੂੰ ਕਾਰਗਿਲ ਨਾਲ ਜੋੜ ਦਿੱਤਾ ਗਿਆ, ਜਦਕਿ ਪਾਕਿਸਤਾਨ ਆਪਣੇ ਜਵਾਨਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰਦਾ ਰਿਹਾ। ਪਾਕਿਸਤਾਨ ਨੇ ਭਾਰਤ ਨੂੰ ਡਰੋਨ ਧਮਕਾਉਣ ਤੇ ਪਿੱਛੇ ਹਟਾਉਣ ਦੇ ਲਈ ਡਰਾਵੇ ਤਾਂ ਕਈ ਤਰ੍ਹਾਂ ਦੇ ਦਿੱਤੇ, ਪਰ ਕਾਮਯਾਬ ਨਹੀਂ ਹੋ ਸਕਿਆ ਤੇ ਉਧਰ ਭਾਰਤ ਨੇ ਵੀ ਪਾਕਿਸਤਾਨ ਦੇ ਸ਼ਗੂਫਿਆਂ ਦਾ ਡਟ ਕੇ ਜਵਾਬ ਦਿੱਤਾ।
ਭਾਰਤ ਦੇ ਤਿੱਖੇ ਪਲਟਵਾਰ ਤੋਂ ਪਰੇਸ਼ਾਨ ਪਾਕਿਸਤਾਨ ਨੇ ਇੱਕ ਨਵਾਂ ਸ਼ਗੂਫਾ ਛੱਡਿਆ, ਨਿਊਕਲੀਅਰ ਯੁੱਧ ਦਾ ਸ਼ਗੂਫਾ। 31 ਮਈ 1999 ਨੂੰ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸ਼ਮਸ਼ਾਦ ਅਹਿਮਦ ਨੇ ਕਿਹਾ ਕਿ ਜੇਕਰ ਭਾਰਤ ਯੁੱਧ ਵਧਾਉਂਦਾ ਹੈ ਤਾਂ ਪਾਕਿस्तान अपने हर हथियार का इस्तेमाल करेगा। पाकिस्तान ने सीधे सीधे तो नहीं कहा, लेकिन इशारा किया कि वह परमाणु बम का इस्तेमाल कर सकता है। उसके पीछे सीधी मंशा यही थी कि भारत थोड़ा ठिठक जाए, भारत थोड़ा प्रभावित हो जाए और भारत की सेना जो आगे बढ़ते जा रही थी और उससे खाली कराते जा रही थी, जो हमारे क्षेत्र थे उनके कब्जे में आ गए थे, वहाँ पर वो रुक जाए और डर जाए, सेना में एक डर पैदा हो जाए, हमारे शासकों में एक डर पैदा हो जाए और सेना की जो नेतृत्व थी उसमें एक डर पैदा हो जाए। उसके लिए उन्होंने एक, जिसे हम कहते हैं पोस्चरिंग, पाकिस्तान की तरफ से एक डेलिबरेटली ये कहा जाता है कि उनकी थ्रेशोल्ड लिमिट्स को बताया नहीं जाता कि कैसी हालत में वो न्यूक्लियर हथियारों का इस्तेमाल करेंगे। वो सिर्फ उसको एक धमकी के तौर पर रखना चाहते हैं। इस दरमियान एक बड़ा खुलासा हुआ, पाकिस्तान की अकल टिकाने लियाउण लई भारत ने वो किया जो अजे तक नहीं होया सी। 11 जून 1999 विदेश मंत्री जसवंत सिंह ने पत्रकार सम्मेलन बुलाया। इस दौरान एक टेप रिकॉर्डिंग सुनाई गई। टेप च आवाज पाकिस्तानी फौज के मुखी जनरल परवेज मुशर्रफ ते पाकिस्तान के चीफ ऑफ स्टाफ लेफ्टिनेंट जनरल मोहम्मद अजीज दी सी। मुशर्रफ चीन च सी ते अजीज इस्लामाबाद च। उनसे बात तो नहीं हुई, कोई कल मुलाकात वगैरह हुई? कोई कल सर हुई शाम को, तो वो ब्रीफिंग हमने की जो मियां साहब के साथ वही फोरम था, जो फुल फोरम था पहले जहाँ हमने ब्रीफिंग की थी, और उधर ही हुई जमशेद के पास, नहीं मियां साहब के दफ्तर में। अच्छा उधर। पाकिस्तान की तरफ से पहले ये कहा गया था कि मुजाहिदीन वहाँ पे गए हुए हैं, इसका मतलब आतंकवादी वहाँ पे गए हुए हैं। लेकिन हमें तो हमारी जो सेनाएं वहाँ पे गई, जब मुठभेड़ हुई, उनके कुछ लोग मारे गए, कोई पकड़े गए, तो उस वक्त हमें तो ये पता था उस वक्त कि ये पाकिस्तान की रेगुलर आर्मी वहाँ पर है। ज़्यादातर नॉर्दर्न लाइट इन्फेंट्री के लोग थे, स्पेशल सर्विसेज ग्रुप के लोग थे, तो हमें मालूम था कि ये पाकिस्तान की रेगुलर आर्मी जो है वहाँ पे बैठी हुई है। तो इस बात को साबित करना तो ज़रूरी था, दुनिया के सामने ले लाना ज़रूरी था कि पाकिस्तान जो भी अभी तक जो कह रहा है वो झूठ कह रहा है। तो उनकी झूठ को साबित करने के लिए ये दुनिया के सामने लाना बहुत ज़रूरी था। 11 जून ਨੂੰ ਟੇਪ ਰਿਲੀਜ਼ ਕੀਤਾ ਗਿਆ ਤੇ 12 ਜੂਨ ਨੂੰ ਅਜ਼ੀਜ਼ ਦਿੱਲੀ ਪਹੁੰचे। माहौल तल्ख सी, बैठक बेनतीजा निकली। उनको अंतर्राष्ट्रीय स्तर पर पाकिस्तान की इच्छा थी कुछ हासिल करने की, वो हासिल करना तो और रहा, ये पासा उनका उल्टा पड़ा है। उधर चीन तो वापस परतन ते तत्काली पाकिस्तानी प्रधानमंत्री नवाज शरीफ अमरीकी मदद की कोशिश च जुट गए, पर उधर अमरीकी राष्ट्रपति बिल क्लिंटन ने नवाज शरीफ को स्पष्ट कर दिता कि अमरीका उदों ही आना जदों भारतीय खेतर चों बाहर निकलोगे, जेकर अजिहा नहीं कर सकते तो अमरीका आउण दी लोड़ नहीं। बेशक बिल क्लिंटन ने नवाज शरीफ ਨੂੰ ਅਮਰੀਕਾ ਆਉਣ ਦੇ ਲਈ ਮਨਾ ਕੀਤਾ ਸੀ, ਪਰ ਨਵਾਜ਼ ਸ਼ਰੀਫ ਬਿਲ ਕਲਿੰਟਨ ਦੀ ਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਹੁੰਚ ਗਏ ਅਮਰੀਕਾ। ਉਹ ਵੀ ਸਰਕਾਰੀ ਜਹਾਜ਼ ਤੇ ਨਹੀਂ ਸਗੋਂ ਕਮਰਸ਼ੀਅਲ ਜਹਾਜ਼ ਤੇ ਉਧਰ ਅਮਰੀਕਾ ਸੋਚੀ ਪੈ ਗਿਆ ਕਿ ਕਿਤੇ ਨਵਾਜ਼ ਸ਼ਰੀਫ ਕਾਰਗਿਲ ਯੁੱਧ ਖਤਮ ਕਰਨ ਦੀ ਬਜਾਏ ਅਮਰੀਕਾ ਕੋਲੋਂ ਪੋਲੀਟੀਕਲ ਅਸਾਈਲਮ ਯਾਨੀ ਸਿਆਸੀ ਸ਼ਰਨ ਲੈਣ ਤਾਂ ਨਹੀਂ ਪਹੁੰਚੇ। ਬਿਲ ਕਲਿੰਟਨ ਦੇ ਮਨਾ ਕਰਨ ਦੇ ਬਾਵਜੂਦ ਨਵਾਜ਼ ਸ਼ਰੀਫ 4 ਜੁਲਾਈ ਨੂੰ ਅਮਰੀਕਾ ਪਹੁੰਚ ਗਏ। ਮੁਲਾਕਾਤ ਦੀ ਸ਼ੁਰੂਆਤ 'ਚ ਕਲਿੰਟਨ ਨੇ ਕੁਝ ਤਸਵੀਰਾਂ ਨਵਾਜ਼ ਸ਼ਰੀਫ ਸਾਹਮਣੇ ਰੱਖ ਦਿੱਤੀਆਂ। ਤਸਵੀਰਾਂ ਪਾਕਿਸਤਾਨ ਦੇ ਐਟਮੀ ਹਥਿਆਰਾਂ ਦੀਆਂ ਸਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਫੌਜ ਸ਼ਰੀਫ ਨੂੰ ਦੱਸੇ ਬਿਨਾਂ ਇਧਰੋਂ ਉਧਰ ਲਿਜਾ ਰਹੀ ਸੀ। वर्ल्ड ओपिनियन जो था, दुनिया की तरफ से ये बात साफ थी कि इसमें पाकिस्तान की तरफ से खुराफात हुई है और भारत जो भी कर रहा है, भारत ना सिर्फ भारत ने बहुत संयम बरता कि उस लड़ाई को और आगे ना बढ़ने दिया, बट सिर्फ अपने इलाके को खाली कराने के लिए युद्ध किया, जिसके लिए हमें काफ़ी नुकसान भी उठाना पड़ा। तो उस हालात में दुनिया को भारत की छवि जो थी एक बहुत संयम वाले देश की, एक सोच समझ के कार्रवाई करने वाले देश की, और ऐसा देश के जो अपने हितों की रक्षा के लिए जो उसके जायज़ हक है सिर्फ उन्हीं के लिए कार्रवाई करेगा, ना कि दूसरे देश की किसी इलाके ऊपर नज़र रखेगा। और पाकिस्तान के ऊपर इसका उल्टा असर पड़ा।
खुद जो उसने एक परमाणु बम चलाने की बात कहीं कहीं से संकेत दे दिया, उससे विश्व, उस समय का विश्व समुदाय पाकिस्तान के पक्ष में जाने के बजाय और भारत के खिलाफ जाने के बजाय उसने पाकिस्तान पर ही दबाव बनाया और पाकिस्तान की रणनीति कुछ चल नहीं पाई। ਵਾਈਟ ਹਾਊਸ 'ਚ ਲੰਬੀ ਮੁਲਾਕਾਤ ਚੱਲੀ। ਕਲਿੰਟਨ ਨੇ ਸਾਫ਼ ਕਿਹਾ ਕਿ ਪਾਕਿਸਤਾਨ ਜਾਂ ਤਾਂ ਆਪਣੀ ਫੌਜ ਨੂੰ ਵਾਪਸ ਬੁਲਾ ਲਵੇ ਜਾਂ ਯੁੱਧ ਦਾ ਦੋਸ਼ ਆਪਣੇ ਸਿਰ ਤੇ ਲੈਣ ਲਈ ਤਿਆਰ ਰਹੇ। ਸੋਚ ਵਿਚਾਰ ਲਈ ਮੁਲਾਕਾਤ ਕੁਝ ਦੇਰ ਲਈ ਰੋਕੀ ਗਈ। ਇਸ ਦੌਰਾਨ ਕਲਿੰਟਨ ਨੇ ਗੱਲਬਾਤ ਦਾ ਬਿਊਰੋ ਦੇਣ ਲਈ ਅਟਲ ਬਿਹਾਰੀ ਵਾਜਪਾਈ ਨੂੰ ਫੋਨ ਕੀਤਾ। ਇਧਰੋਂ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਉਸ ਦੀ ਜ਼ਮੀਨ ਤੇ ਜਿੰਨੀ ਦੇਰ ਘੁਸਪੈਠੀਏ ਬੈਠੇ ਨੇ, ਯੁੱਧ ਦਾ ਅੰਤ ਨਹੀਂ ਹੋਵੇਗਾ। ਕੁਝ ਦੇਰ ਬਾਅਦ ਕਲਿੰਟਨ ਨਾਲ ਸ਼ਰੀਫ ਦੀ ਇਕੱਲਿਆਂ ਮੁਲਾਕਾਤ ਹੋਈ। ਉਸ ਵੇਲੇ ਵੀ ਬਰੂਸ ਰਿਡਲ ਨੂੰ ਕਲਿੰਟਨ ਨੇ ਆਪਣੇ ਨਾਲ ਕਮਰੇ 'ਚ ਰੱਖਿਆ। ਕਲਿੰਟਨ ਨੂੰ ਸ਼ੱਕ ਸੀ ਕਿ ਇਸ ਮੁਲਾਕਾਤ ਦੌਰਾਨ ਹੋਈਆਂ ਗੱਲਾਂ 'ਚ ਨਵਾਜ਼ ਸ਼ਰੀਫ ਕੁਝ ਅਜਿਹੀਆਂ ਗੱਲਾਂ ਵੀ ਜੋੜ ਸਕਦੇ ਨੇ ਜੋ ਇਸ ਮੁਲਾਕਾਤ 'ਚ ਕਹੀਆਂ ਹੀ ਨਾ ਗਈਆਂ ਹੋਣ ਤੇ ਆਖਿਰ ਪਾਕਿਸਤਾਨ ਦੇ ਮਨਸੂਬੇ ਫੇਲ ਹੋਏ ਤੇ ਪਾਕਿਸਤਾਨ ਨੂੰ ਭਾਰਤ ਸਾਹਮਣੇ ਆਪਣੇ ਗੋਡੇ ਟੇਕਣੇ ਪਏ। ਇਸ ਜੰਗ 'ਚ ਭਾਰਤ ਦੀ ਜਿੱਤ ਹੋਈ ਤੇ ਪਾਕਿਸਤਾਨ ਨੂੰ ਕਾਰਗਿਲ ਦਾ ਇਲਾਕਾ ਛੱਡ ਕੇ ਜਾਣਾ ਪਿਆ। ਸਾਂਝਾ ਸਪੈਸ਼ਲ ਚਾਰਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਤੁਸੀਂ ਦੇਖਦੇ ਰਹੋ ABP ਸਾਂਝਾ।